नहीं असी कणक घर दी दला लैंदे जे ते जां असी खल मुੱਲ ਲੈਂਦੇ ਆ ਤੇ ਸਿਆਲ ਅਸੀਂ ਤੇਲ ਅਲਸੀ ਦਾ ਦੇਣਾ ਹੁੰਦਾ ਡੰਗਰਾਂ ਨੂੰ ਜਾਂ ਅਲਸੀ ਦੀ ਖਲ ਪਾਉਂਦੇ ਜੇ ਬਸ ਉਹ ਮੈਂ ਤੇ 4 5 3 ਐਨੇ ਕੁ ਮਸਣ ਘਾਰੀ ਤੇ ਮੇਰੇ 3 ਜਾਂ 4 ਜਾਂ 5 ਤਿਆਰ ਹੋ ਜਾਂਦੇ। ਫਰਜ਼ ਕੀਤਾ ਅਗਰ ਤੁਸੀਂ 5 ਬੱਚੇ ਤਿਆਰ ਕੀਤੇ ਨੇ ਉਹ ਕਿੰਨੇ ਕੁ ਦੇ ਸੇਲ ਹੁੰਦੇ? ਸੇਲ ਹੈ 70,000 ਦਾ 80,000 ਦਾ ਇੱਥੇ ਝੋੜੀ ਮੇਰੇ ਬੱਚੇ ਵਿਕਦੇ ਜੇ ਯਾਨੀ ਕਿ 3-4 ਲੱਖ ਦੇ ਬੱਚੇ ਵੀ ਮਾਸ਼ਾਅੱਲਾ ਵਿਕ ਜਾਂਦੇ। ਬਿਲਕੁਲ ਜੀ ਇਹਦੇ 'ਚ ਇਹ ਪਰੇਸ਼ਾਨੀ ਹੈ ਕਿ ਕੋਈ ਮਰਨਾ ਹੋ ਜੇ ਫੋਤਕੀ ਹੋ ਜੇ ਇਹਨਾਂ ਨੂੰ ਖੋਲ੍ਹਣਾ ਭਾਵੇਂ ਆਪ ਖੋਲ ਲਓ ਭਾਵੇਂ ਕਿਸੇ ਨਾਲ ਛੱਡ ਆਵੋ ਇਹਨਾਂ ਨੂੰ ਖੋਲ੍ਹਣਾ ਬਾਰਿਸ਼ ਹੈ ਤਾਂ ਵੀ ਇਹਨਾਂ ਨੂੰ ਖੋਲ੍ਹਣਾ ਜੇ ਕੋਈ ਜੁੰਝ ਦੀ ਵੀ ਮੁਸੀਬਤ ਬੰਦੇ ਤੇ ਹੋਵੇ ਮਾੜੀ ਚੰਗੀ ਇਹਨਾਂ ਨੂੰ ਕਿਸੇ ਪਾਸੇ ਲਾਣਾ ਹੀ ਲਾਣਾ ਇਹਨਾਂ ਦਾ ਪੱਠਾ ਬਣਾ ਕੇ ਘਰ ਪਾ ਲਓ ਜਾਂ ਇਹਨਾਂ ਨੂੰ ਬਾਹਰ ਖੋਲ ਲਓ। अस्सलाम वालेकुम। वालेकुम सलाम। प्यारे भाई की हाल है? बड़ा अल्लाह दा करम है भाजी। जनाब दा की नाम है? मोहम्मद अरशद जी। अरशद साहब किस इलाके तो तलके? सुरखपुर दा इलाका जी सर साडा पिंड दा नाम ते जिला गुजरात। सर तुसी किन्ने सालां तो ਜਾਨਵਰਾਂ ਦਾ ਕਾਰੋਬਾਰ ਕਰਦੇ ਹੋ ਪਏ? ਮੈਂ ਸਰ ਸ਼ੁਰੂ ਤੋਂ ਇਹੀ ਕੰਮ ਕੀਤਾ ਜੇ ਸਾਡੇ ਵੱਡਿਆਂ ਵੀ ਇਹੋ ਕੰਮ ਕੀਤਾ ਤੇ ਅਸੀਂ ਵੀ ਅੱਗੋਂ ਇਹੀ ਕੰਮ ਕਰਦੇ ਜੀ। ਮਾਸ਼ਾਅੱਲਾ ਪੂਰੇ ਖਿਲਾੜੀ ਹੋ ਬੜਾ ਸੋਹਣਾ ਸ਼ੌਕ ਕਰਦੇ ਹੋ ਪਏ ਤੇ ਮਾਸ਼ਾਅੱਲਾ ਤੁਹਾਨੂੰ ਇਸ ਕੰਮ ਵਿੱਚ ਆਇਆ ਕਿੰਨੇ ਸਾਲ ਹੋ ਗਏ ਨੇ? ਮੈਨੂੰ ਕੋਈ 17-18 ਸਾਲ ਹੋ ਗਏ ਜੇ ਇਹ ਕੰਮ ਕਰਦਿਆਂ 4 ਦਿਨ ਇਹਨਾਂ ਨੂੰ ਬਾਹਰ ਮਾਲ ਨੂੰ ਵੇਲੇ ਚ। ਅੱਛਾ ਸਰ ਇਸ ਕਾਰੋਬਾਰ ਦੀ ਹਕੀਕਤ ਦੱਸਣੀ ਹੈ ਬੜੇ ਦੋਸਤ ਅੱਜ ਕੱਲ ਜਾਨਵਰ ਪਾਲ ਕੇ ਇਹਨਾਂ ਤੋਂ ਪੈਸੇ ਕਮਾਉਣਾ ਚਾਹੁੰਦੇ ਨੇ ਕਾਫੀ ਦੋਸਤ ਬਾਹਰ ਵੀ ਬੈਠੇ ਨੇ ਉਹ ਵੀ ਇਹ ਸ਼ੌਕ ਰੱਖਦੇ ਨੇ ਇਸ ਕੰਮ ਦੀ ਹਕੀਕਤ ਦੱਸੋ ਇਹ ਕੰਮ 'ਚ ਕੋਈ ਨਫਾ ਹੈ ਨੁਕਸਾਨ ਹੈ ਆਸਾਨ ਹੈ ਮੁਸ਼ਕਲ ਹੈ ਇਹ ਕੰਮ ਕਿਸ ਕਿਸਮ ਦਾ ਹੈ? ਇਹ ਕੰਮ ਬਿਲਕੁਲ ਆਸਾਨ ਹੈ ਅਸੀਂ ਸਵੇਰ ਲੈ ਕੇ ਘਰੋਂ ਟੁਰ ਆਏ ਆ ਸ਼ਾਮ ਨੂੰ ਜਾਣਾ ਜਿਹੜੀਆਂ ਕੋਈ ਸੂਈਆਂ ਨੇ ਲੈਰੀਆਂ ਦੁੱਧ ਦਿੰਦੀਆਂ ਨੇ ਉਹਨਾਂ ਕੋਲ ਪੱਠਾ ਛੱਟੇ ਪਾਣੇ ਨੇ ਦੂਜਿਆਂ ਨੂੰ ਨਾਲ ਉਂਝ ਬੰਨ ਛੱਡਣੇ ਆ ਤੇ ਜਿਹੜੇ ਵੱਛੇ ਸਾਡੇ ਹੁੰਦੇ ਨੇ ਕੁਰਬਾਨੀ ਦੇ ਤਿਆਰ ਅਸੀਂ ਉਹ ਕੁਰਬਾਨੀ ਦੇ ਸਾਲੋ ਸਾਲ ਵੇਚ ਛੱਡਣੇ ਹੁੰਦੇ ਨੇ ਬਾਕੀ ਦੁੱਧ ਜਿੰਨਾ ਵੀ ਥੋੜਾ ਬਹੁਤਾ ਹੋਵੇ ਕੋਈ ਆਪੇ ਘਰ ਰੱਖ ਲਈਦਾ ਕੋਈ ਵੇਚ ਛੱਡੀਦਾ ਆਪਣੇ ਤੋਂ ਜਿਹੜਾ ਫਾਲਤੂ ਹੁੰਦਾ ਬਾਕੀ ਕੋਈ ਖਾਣ ਪੀਣ ਆਪਣਾ ਰੱਖ ਲਈਦਾ ਜੀ ਮਾਸ਼ਾਅੱਲਾ। ਬਾਕੀ ਇਹ ਜਿਹੜਾ ਸਾਨੂੰ ਡੰਗਰ ਵੇਚ ਲੈਣਾ ਇਹ ਫਾਇਦਾ ਅਸੀਂ ਪੱਠਾ ਦੱਥਾ ਇਹਨਾਂ ਨੂੰ ਬਿਲਕੁਲ ਨਹੀਂ ਪਾਉਂਦੇ ਬਾਹਰ ਬੇਲੇ 'ਚ ਚਾਰਨੇ ਨੇ ਤੇ ਸ਼ਾਮ ਨੂੰ ਵਾਪਸ ਆਉਣਾ ਸਵੇਰ ਅਸੀਂ ਖੋਲ ਲੈਣੇ ਸ਼ਾਮ ਨੂੰ ਅਸੀਂ ਵਾਪਸ ਆ ਜਾਂਦੇ। ਯਾਨੀ ਕਿ ਤੁਸੀਂ ਜ਼ਿਆਦਾ ਇਹਨਾਂ ਨੂੰ ਚਰਾਈ ਕਰਾਉਂਦੇ ਹੋ ਤੇ ਜਿਹੜੀ ਕੋਈ ਗਾਂ ਜਾਂ ਮੈਂ ਦੁੱਧ ਦਿੰਦੀ ਹੈ ਤੁਸੀਂ ਉਹਦੀ ਥੋੜੀ ਸੇਵਾ ਅੱਛੀ ਕਰਦੇ ਹੋ? ਕਰਨਾ ਉਹਨੂੰ ਵੰਡਾ ਵੀ ਪਾਣਾ ਉਹਨੂੰ ਪੱਠੇ ਵੀ ਪਾਣੇ ਨੇ ਕਿਉਂਕਿ ਦੁੱਧ ਸ਼ੁੱਧ ਦਿੰਦੀ ਹੈ ਕਮਜ਼ੋਰ ਨਾ ਹੋ ਜਾਏ ਇਸ ਵਾਸਤੇ। ਤੇ ਸਵੇਰ ਤੁਸੀਂ ਜਾਨਵਰ ਕਿੰਨੇ ਵਜੇ ਲੈ ਕੇ ਆਉਂਦੇ ਹੋ ਤੇ ਵਾਪਸੀ ਕਿੰਨੇ ਵਜੇ ਲੈ ਕੇ ਜਾਂਦੇ ਹੋ? ਸਵੇਰ ਅਸੀਂ ਕੋਈ 7:30-8 ਵਜੇ ਅਸੀਂ ਘਰੋਂ ਖੋਲ ਲੈਣੇ ਨੇ ਤੇ ਸ਼ਾਮੀ 6 ਵਜੇ 6:30 ਮਤਲਬ ਕਿ ਡੀਗਰ ਦੀ ਜਾਣ ਤੋਂ ਬਾਅਦ ਅਸੀਂ ਬੇਲਿਓਂ ਕੱਢਣੇ ਹੁੰਦੇ ਨੇ ਬਾਹਰ ਡੰਗਰ। ਯਾਨੀ ਕਿ ਮਾਸ਼ਾਅੱਲਾ ਕਾਫੀ ਤੁਸੀਂ ਇਹਨਾਂ ਨੂੰ ਚਰਾਈ ਕਰਾਉਂਦੇ ਹੋ ਤੁਹਾਡੀ ਤੇ ਜੂ ਯਾਨੀ ਕਿ ਇਸ ਕਿਸਮ ਦੀ ਕਿ ਚਰਾਈ ਵਾਸਤੇ ਤੁਹਾਨੂੰ ਏਰੀਆ ਮਿਲ ਜਾਂਦਾ ਹੈ ਤੁਹਾਡਾ ਖਰਚਾ ਘੱਟ ਹੁੰਦਾ ਹੈ ਯਾਨੀ ਜ਼ਿਆਦਾ ਤੁਸੀਂ ਚਰਾਈ ਕਰਾਉਂਦੇ ਹੋ। ਹਾਂਜੀ ਚਰਾਈ ਬਾਹਰ ਦੇ ਸਿਰੇ ਦੇ ਮਾਲ ਚਾਰਨਾ ਸੀ ਤੇ ਅਗਰ ਕੋਈ ਦੋਸਤ ਚਾਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਘਰ ਜਾਂ ਫਾਰਮ ਤੇ ਬੰਨ ਕੇ ਪਾਲੀਏ ਫਿਰ ਵੀ ਇਸ ਕੰਮ 'ਚ ਨਫਾ ਹੋ ਸਕਦਾ ਹੈ ਜਾਂ ਕਿ ਮੁਸ਼ਕਲ ਹੈ? ਨਹੀਂ ਫਾਇਦਾ ਹੀ ਹੈ ਇਸ ਕੰਮ 'ਚ ਨੁਕਸਾਨ ਕੋਈ ਨਹੀਂ ਹੈ ਇਹਦੇ 'ਚ ਨੁਕਸਾਨ ਵਾਲੀ ਇਹਦੇ 'ਚ ਗੱਲ ਕੋਈ ਨਹੀਂ ਹੈ ਜੇ ਫਾਇਦਾ ਹੀ ਫਾਇਦਾ ਜੇ ਕੋਈ ਕਰੇ ਤੇ ਜੇ ਆਪ ਕੋਈ ਕਰੇ ਨਿਯਤ ਨਾਲ ਇਹਨਾਂ ਦੀ ਆਪ ਦੇਖਭਾਲ ਜਿਹੜਾ ਕਰੇਗਾ ਉਹਨੂੰ ਫਾਇਦਾ ਜਿਹਨੇ ਕਿਸੇ ਬੰਦੇ ਰੱਖ ਲੈਣੇ ਨੇ ਉਹ ਪਾਣੀ ਨਾਲ ਇਹਨਾਂ ਨੂੰ ਡਾਏ ਵੱਜੇ ਆ ਧੁੱਪੇ ਵੱਜਾ ਰਵੇ ਜੇ ਉਹਨੇ ਕੋਈ ਪੱਠੇ ਪਾ ਛੱਡਣੇ ਨੇ ਠੀਕ ਹੈ ਉਸ ਬੰਦੇ ਨੂੰ ਨੁਕਸਾਨ ਹੈ ਕਿਉਂਕਿ ਡੰਗਰ ਉਹਦੀ ਵਜ੍ਹਾ ਤੋਂ ਪਾਲ ਵੀ ਨਹੀਂ ਸਕਦਾ ਬਿਮਾਰ ਵੀ ਹੋ ਸਕਦੇ ਨੇ ਧੁੱਪ ਨਾਲ ਵੀ ਹੋ ਸਕਦੇ ਨੇ ਖੋਬੇ 'ਚ ਵੱਜੇ ਰਹਿਣ ਜਾਂ ਅੱਗੇ ਪਿੱਛੇ ਨਹੀਂ ਕਰਨੇ ਉਹਦੀ ਵਜ੍ਹਾ ਤੋਂ ਵੀ ਡੰਗਰ ਬਿਮਾਰ ਵੀ ਹੋ ਸਕਦੇ ਨੇ। ਜੀ ਤੇ ਜਿਹੜੀ ਸਰ ਤੁਹਾਡੀ ਮੈਂ ਸੂਣ ਵਾਲੀ ਹੁੰਦੀ ਹੈ ਜਾਂ ਦੁੱਧ ਵਾਲੀ ਹੁੰਦੀ ਹੈ ਚਰਾਈ ਦੇ ਇਲਾਵਾ ਤੁਸੀਂ ਉਹਨੂੰ ਸਵੇਰ ਜਾਂ ਸ਼ਾਮੀ ਕੀ ਖਿਲਾਉਂਦੇ ਪਿਲਾਉਂਦੇ ਹੋ? ਉਹਨੂੰ ਅਸੀਂ ਵੰਡੇ ਸ਼ਾਮ ਨੂੰ ਪਾਣਾ ਹੁੰਦਾ ਜੇ ਬਾਹਰੋਂ ਚੋਕੇ ਆਉਣਾ ਜੇ 1-2 ਦਿਨ ਰਹਿ ਜਾਣਾ ਉਹਨੇ ਤੇ ਅਸੀਂ ਉਹਨੂੰ ਘਰ ਬੰਨ ਲੈਂਦੇ ਆ ਵੀ ਬਾਹਰ ਨਾ ਸੂਪ ਪਵੇ ਤੇ ਕਈ ਵਾਰੀ ਡੰਗਰ ਬਾਹਰ ਵੀ ਸਾਡੀਆਂ ਗਾਵਾਂ ਸੂਪ ਪੈਂਦੀਆਂ ਨੇ ਅਕਸਰ ਮੱਝਾਂ ਅਸੀਂ ਘਰ ਬੰਨ ਲੈਂਦੇ ਆ ਕਿਉਂਕਿ ਪਾਣੀ ਛਾਣੀ 'ਚ ਨਾ ਸੂਪ ਪੈਣ ਜੀ ਗਾਵਾਂ ਸਾਡੀਆਂ ਬਾਹਰ ਵੀ ਸੂਪ ਪੈਂਦੀਆਂ ਨੇ ਜਾਂ ਘਰ ਰਾਤ ਨੂੰ ਸੂਪ ਪੈਣ ਤਾਂ ਵੀ ਅਸੀਂ ਮਤਲਬ ਕਿ ਵਿਹੜੇ ਨਹੀਂ ਬੰਨਣੀਆਂ ਇਹਨਾਂ ਨੂੰ ਬਾਹਰ ਹੀ ਖੋਲਣਾ ਇਹਨਾਂ ਨੂੰ ਸੂਣ ਵਾਲੀਆਂ ਨੂੰ ਵੀ। ਅੱਛਾ ਤੇ ਤੁਸੀਂ ਇਹਨਾਂ ਨੂੰ ਸ਼ਾਮੀ ਇਹਨਾਂ ਦਾ ਜਿਹੜਾ ਵੰਡਾ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਉਹ ਕਿਹੜਾ ਖਿਲਾਉਂਦੇ ਹੋ ਕੋਈ ਤੁਸੀਂ ਬਣਿਆ ਬਣਾਇਆ ਲਿਆ ਜਾਂ ਖੁਦ ਤਿਆਰ ਕੀਤਾ ਜੇ? ਨਹੀਂ ਅਸੀਂ ਕਣਕ ਘਰ ਦੀ ਦਲਾ ਲੈਂਦੇ ਜੇ ਤੇ ਜਾਂ ਅਸੀਂ ਖਲ ਮੁੱਲ ਲੈਂਦੇ ਆ ਤੇ ਸਿਆਲ ਅਸੀਂ ਤੇਲ ਅਲਸੀ ਦਾ ਦੇਣਾ ਹੁੰਦਾ ਡੰਗਰਾਂ ਨੂੰ ਜਾਂ ਅਲਸੀ ਦੀ ਖਲ ਪਾਉਂਦੇ ਜੇ ਬਸ ਸਿਆਲ ਬਿਲਕੁਲ ਸਰਦੀਆਂ 'ਚ। ਤੇ ਇਹ ਜਿਹੜਾ ਤੁਸੀਂ ਸਰ ਗੰਦਮ ਕਹਿ ਰਹੇ ਹੋ ਇਹਦਾ ਦਲੀਆ ਕਰਾ ਕੇ ਪਾਉਂਦੇ ਹੋ? ਜੀ ਬਿਲਕੁਲ ਦਲੀਆ ਕਰਾ ਲਈਦਾ ਜੀ। ਫਰਜ਼ ਕੀਤਾ ਇੱਕ ਗਾਂ 10 ਕਿਲੋ ਦੁੱਧ ਦੇ ਰਹੀ ਹੈ ਤੇ ਉਹਨੂੰ ਤੁਸੀਂ ਜਿਹੜਾ ਗੰਦਮ ਦਾ ਦਲੀਆ ਹੈ ਉਹ ਸ਼ਾਮੀ ਕਿੰਨਾ ਪਾਣਾ ਹੈ? ਸ਼ਾਮੀ ਮੈਂ ਦਾਬੜਿਆਂ 'ਚ ਅਸੀਂ ਪਾਣਾ ਹੁੰਦਾ ਕੋਈ ਤੋਲਣਾ ਨਹੀਂ ਕੋਈ ਮਹੀਨਾ ਨਹੀਂ ਹੈ ਆਪਣੇ ਹਿਸਾਬ ਨਾਲ ਅਸੀਂ ਪਾਣਾ ਹੁੰਦਾ ਜੀ ਤੇ ਵਿੱਚ ਖਾਲ ਵੀ ਪਾ ਲਈਦੀ ਹੈ ਨਹੀਂ ਤੇ ਕਣਕ ਦਾ ਵੰਡੇ ਹੀ ਅਸੀਂ ਪਾਣਾ ਹੁੰਦਾ ਜੀ ਕੋਈ ਤੋਲਣਾ ਨਹੀਂ ਤੇ ਕੋਈ ਨਹੀਂ ਘਰ ਦੇ ਹੀ ਦਲਾਣਾ ਤੇ ਘਰ ਦੇ ਹੀ ਪਾਣਾ ਜੀ। ਅੱਛਾ ਤੇ ਸਰ ਖਾਲ ਕਿਹੜੀ ਇਸਤੇਮਾਲ ਕਰਦੇ ਹੋ? ਖਾਲ ਹੈ ਬਾਜ਼ਾਰੋਂ ਆਮ ਲੱਭਦੀ ਹੈ ਦੁਕਾਨਾਂ ਤੋਂ ਆਈ ਪਾਈ ਕੋੜੀ ਖਾਲ ਜਾਂ ਮਿੱਠੀ ਖਾਲ? ਨਹੀਂ ਸਾਰੇ ਦੁਕਾਨਾਂ ਤੋਂ ਕੋਈ ਮਿੱਠੀ ਖਾਲ ਹੀ ਲਿਆਉਂਦੇ ਕੋੜੀ ਖਾਲ ਖਾਂਦੇ ਹੀ ਨਹੀਂ ਡੰਗਰ। ਅੱਛਾ ਤੇ ਸਰ ਜਿਹੜਾ ਗੰਦਮ ਦਾ ਦਲੀਆ ਉਹ ਭੇ ਕੇ ਪਾਉਂਦੇ ਹੋ ਜਾਂ ਸੁੱਕਾ ਪਾਉਂਦੇ ਹੋ? ਦੇਖੋ ਜੀ ਸਰਦੀਆਂ ਆਉਣ ਤੇ ਉਹਨਾਂ ਨੂੰ ਅਸੀਂ ਪਾਣੀ ਗਰਮ ਕਰਕੇ ਤੇ ਗਰਮ ਕਰਕੇ ਪਾਉਂਦੇ ਹੁੰਦੇ ਉਹਦਾ ਤਸੀਰ ਗਰਮ ਹੋ ਜਾਂਦਾ ਜਿਹੜਾ ਅੱਜ ਕੱਲ੍ਹ ਆ ਅਸੀਂ ਉਂਝ ਪਾਣੀ ਦਾਬੜੇ 'ਚ ਪਾ ਲੈਂਦੇ ਆ ਵਿੱਚ ਸੱਟ ਲੈਂਦੇ ਆ ਉਹ ਅੱਜ ਕੱਲ੍ਹ ਇੰਝ ਹੀ ਪਾਈਦਾ ਜੀ।
ਬਿਹਤਰ ਹੋ ਗਿਆ। ਮਾਸ਼ਾਅੱਲਾ ਸਰ, ਤੁਸੀਂ ਬੜੀਆਂ ਸੋਹਣੀਆਂ ਤੇ ਕੀਮਤੀ ਗੱਲਾਂ ਦੱਸ ਦਿਓ ਪਏ। ਇਹ ਜਿਹੜਾ ਮਾਲ ਤੁਸੀਂ ਰੱਖਿਆ, ਜਿਹੜੀਆਂ ਗਾਵਾਂ ਜਨਾਬ ਕੋਲ ਮੌਜੂਦ ਨੇ, ਇਹ ਕਿਹੜੀ ਨਸਲ ਹੈ? ਇਹ ਦੇਸੀ ਨਸਲ ਜੇ ਸਾਰੀਆਂ ਦੇਸੀ ਨੇ? ਬਿਲਕੁਲ ਦੇਸੀ ਜੀ। ਜਿਹੜੀ ਦੇਸੀ ਨਸਲ ਹੈ, ਆਮ ਆਦਮੀ ਨੂੰ ਕਿੰਜ ਪਤਾ ਚੱਲੇਗਾ ਕਿ ਇਹ ਜਿਹੜੀ ਗਾਂ ਹੈ ਇਹ ਦੇਸੀ? ਉਹਦੀ ਕੋਈ ਨਿਸ਼ਾਨੀ ਦੱਸੋ ਹਾਂ, ਮੂੰਹ ਮੱਥਾ ਉਹਦਾ ਵਜੂਦ ਕਿਸ? ਇਹਨਾਂ ਦੇ ਵਜੂਦ ਸਾਰਾ ਦੇਖ ਲਓ ਤੁਸੀਂ, ਤੁਹਾਡੇ ਸਾਹਮਣੇ ਹੀ ਨੇ। ਇਹ ਦੇਸੀ ਗਾਈਆਂ ਵੱਖਰੀਆਂ ਲੱਭਦੀਆਂ ਨੇ, ਜਿਹੜੀਆਂ ਕੋਈ ਸਾਹੀਵਾਲ ਨੇ, ਉਹ ਰੰਗ ਗੋਰੇ ਹੋਣਗੇ, ਥਣ ਚੰਗੇ ਲੰਮੇ ਹੋਣਗੇ, ਉਹਨਾਂ ਦੇ ਕੰਨ ਛੰਨ ਵੱਡੇ ਹੋਣਗੇ, ਉਹਨਾਂ ਦਾ ਜਿਸਮ ਭਾਰਾ ਹੋਵੇਗਾ। ਵਲੈਤਨਾ ਦਾ ਤੇ ਅੱਗੇ ਪਤਾ ਹੋਵੇਗਾ, ਵਲੈਤਨਾ ਗਾਈਆਂ ਵੱਖਰੀਆਂ ਪੇ ਲੱਭਦੀਆਂ ਨੇ, ਦੇਸੀ ਵੱਖਰੇ ਡੰਗਰ ਲੱਭਦੇ ਨੇ। ਮੇਰੇ ਕੋਲ ਸਭ ਦੇਸੀ ਮਾਲ ਜੇ ਸਰ। ਤੇ ਸਰ ਤੁਸੀਂ ਦੇਸੀ ਹੀ ਕਿਉਂ ਰੱਖਿਆ, ਸਾਹੀਵਾਲ ਜਾਂ ਵਲੈਤੀ ਕਿਉਂ ਨਹੀਂ ਰੱਖੀਆਂ? ਸਰ ਉਹ ਬਾਹਰ ਕਾਮਯਾਬ ਨਹੀਂ ਹੁੰਦੇ, ਇਸ ਵਾਸਤੇ ਅਸੀਂ ਦੇਸੀ ਡੰਗਰ ਹੀ ਰੱਖੇ ਨੇ। ਯਾਨੀ ਕਿ ਚੁਗ ਛੁਗ ਲੈਂਦੇ ਨੇ, ਚਰਾਈ ਕਰ ਲੈਂਦੇ ਨੇ, ਇਹਨਾਂ ਦੀ ਜਿਹੜੀ ਇਹ ਸਾਂਭ ਹੈ ਉਹ ਆਸਾਨ ਹੈ। ਬਿਲਕੁਲ। ਤੇ ਸਰ ਇਹਨਾਂ ਨੂੰ ਸਰ ਘਰ ਪੱਠਾ ਦੱਥਾ ਲਾਜ਼ਮੀ ਪਾਣਾ ਪੈਂਦਾ, ਵੱਲ ਤੇ ਉਹ ਬਾਹਰ ਆਉਂਦੇ ਹੀ ਨਹੀਂ। ਜੇ ਕੋਈ ਟੂਰ ਆਉਂਦਾ ਤੇ ਉਹਨਾਂ ਨੂੰ ਘਰ ਪੱਠੇ ਲਾਜ਼ਮੀ ਪਾਣੇ ਪੈਂਦੇ ਨੇ, ਸੇਵਾ ਉਹਨਾਂ ਦੀ ਘਰ ਕਰਨੀ ਪੈਂਦੀ ਹੈ, ਬਾਹਰ ਨਹੀਂ ਬਚਦੇ, ਚੁੱਕ ਕੇ ਨਹੀਂ ਬਾਹਰੋਂ ਬਚਦੇ ਚਰਾਈ ਨਾਲ। ਜੀ ਜੀ। ਜਿਹੜੇ ਦੋਸਤ ਗਾਈਆਂ ਪਾਲ ਕੇ ਇਹਨਾਂ ਤੋਂ ਪੈਸੇ ਕਮਾਉਣਾ ਚਾਹੁੰਦੇ ਨੇ, ਉਹਨਾਂ ਨੂੰ ਦੱਸੋ ਹਾਂ ਜਿਹੜੀ ਚੰਗੀ ਗਾਂ ਹੈ ਉਹ ਕਿਸ ਇਲਾਕੇ 'ਚ ਖਰੀਦਣ, ਉਹਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਖਣ, ਉਹਦੀਆਂ ਕੋਈ ਨਿਸ਼ਾਨੀਆਂ ਦੱਸੋ ਹਾਂ। ਸਾਰੇ ਡੰਗਰ ਜਿਹੜਾ ਨਸਲੀ ਜੋ ਵੱਖਰੇ ਪਿਆ ਲੱਭਦਾ, ਦੇਸੀ ਡੰਗਰ ਵੱਖਰੇ ਪਿਆ ਲੱਭੇਗਾ, ਉਹਦੀ ਜਿਹੜਾ ਰੱਖਣ ਵਾਲਾ ਨੂੰ ਪਛਾਣ ਹੋ ਜਾਂਦੀ ਹੈ। ਜੇ ਕੋਈ ਨਵਾਂ ਬਿਲਕੁਲ ਨਵਾਂ ਬੰਦਾ ਕਿਸੇ ਨਾਲ ਆਪਣੇ ਯਾਰ ਸੱਜਣ ਨੂੰ ਲੈ ਜੇ, ਪਿੰਡ ਦੇ ਬੰਦੇ ਨੂੰ ਵੀ ਡੰਗਰ ਇਹਨੇ ਰੱਖੇ ਨੇ ਮਾਲ ਸ਼ਾਲ, ਉਹਨੂੰ ਲੈ ਜਾਓ ਵੱਖ, ਉਹ ਮੰਡੀ ਜਾ ਕੇ ਪਛਾਣ ਕਰਾ ਛੜੇਗਾ ਵੀ ਇਹ ਡੰਗਰ ਲੈ ਲੈ, ਇਹ ਰਹਿਣ ਦੇ। ਇਹਦੇ ਸਾਫ਼ ਪਤਾ ਲੱਗ ਜਾਂਦਾ ਨਸਲਾਂ ਦਾ। ਅੱਜ ਕੱਲ੍ਹ ਸਰ ਤੁਸੀਂ ਸਮਝੋ ਕਿ ਤੁਸੀਂ ਸਾਡੇ ਦੋਸਤ ਹੋ ਤੇ ਤੁਸੀਂ ਇਹ ਕੰਮ ਦੇ ਖਿਲਾੜੀ ਹੋ, ਤੁਸੀਂ ਸਾਨੂੰ ਦੱਸਣਾ ਇਹੀ ਗਾਂ ਲੈਣੀ ਹੈ ਚੰਗੀ, ਉਹਦੀਆਂ ਤੁਸੀਂ ਇਹ ਨਿਸ਼ਾਨੀਆਂ ਦੱਸਣੀਆਂ ਨੇ ਸਾਨੂੰ। ਸਰ ਗਾਵਾਂ ਦੇ ਹਰ ਨਸਲ ਦੀ ਗਾਂ ਜਿੰਜ ਦੀ ਕੋ ਲਵੇਗਾ, ਜਿੰਦੇ ਰੁਪਈਏ ਦੇਣੇ ਹੋਈਦੇ, ਇਹਨਾਂ ਦੀ ਕੀਮਤ ਘੱਟ ਹੈ ਦੇਸੀ ਡੰਗਰ ਦੀ। ਜਿਹੜੀ ਵਲੈਤੀ ਹੈ ਉਹਦੀ ਕੀਮਤ ਜ਼ਿਆਦਾ, ਮੱਝਾਂ ਨਾਲ ਵੀ ਜ਼ਿਆਦਾ ਕੀਮਤੀ ਗਾਈਆਂ ਨੇ ਵਲੈਤਣਾ। ਸਾਹੀਵਾਲ ਨੇ ਉਹਨਾਂ ਦੀ ਕੀਮਤ ਜ਼ਿਆਦਾ ਹੀ ਹੈ, ਮਸਲਨ ਕਿ ਮੱਝਾਂ ਦੇ ਮੁਕਾਬਲੇ ਤੇ ਹੁੰਦੀਆਂ ਨੇ ਗਾਵਾਂ। ਇਹ ਜਿਹੜੀਆਂ ਗਾਵਾਂ ਨੇ ਇਹ ਤੇ ਦੇਸੀ ਗਾਈਆਂ ਨੇ, ਇਹਨਾਂ ਦੇ ਰੇਟ ਵੀ ਉਂਝਦੇ ਹੋਣੇ ਨੇ ਜਿੰਦੇ ਡੰਗਰ ਆਉਂਦੇ ਦਾ ਰੇਟ ਹੋਣਾ ਇਹਦਾ। ਤੇ ਇਹਨਾਂ ਦਾ ਰੇਟ ਕੀ ਚੱਲਦਾ ਪਿਆ? ਇਹਨਾਂ ਦਾ ਰੇਟ ਵੀ ਫਰਕੋ ਫਰਕੀ ਹੈ, ਜਿਹਨੇ ਦੇਖ ਲੈਣੇ ਥਣ ਨਿੱਕੇ ਨੇ ਜਾਂ ਵੱਡੇ ਨੇ, ਬਈ ਥਣ ਚੰਗੇ ਨੇ ਜਾਂ ਗਾਂ ਸੋਹਣੀ ਹੈ, ਬਈ ਇਹਦਾ ਰੰਗ ਚੰਗਾ, ਉਸ ਹਿਸਾਬ ਦੇ ਪੈਸੇ ਇਹਨਾਂ ਦੇ ਹੁੰਦੇ ਨੇ। ਅੱਜ ਕੱਲ੍ਹ ਦਾ ਜਿਹੜਾ ਨਾਰਮਲ ਰੇਟ ਹੈ ਉਹ ਕਿੰਨਾ ਕੁ ਚੱਲਦਾ ਪਿਆ? ਨਾਰਮਲ ਰੇਟ 60,000 ਦੀ, 70,000 ਦੀ, 80,000 ਤੋਂ ਉੱਤੇ ਇਹ ਗਾਂ ਨਹੀਂ ਵਿਕਦੀ ਸਾਡੀਆਂ ਗਾਂ। ਇਹ ਇੱਥੇ ਤੋੜੀ ਇਹਨਾਂ ਦੀ 80,000 ਦੀ ਜਿਹੜੀ ਗਾਂ ਹੈ ਉਹਦਾ ਕਿਹੜਾ ਸੂਆ ਹੁੰਦਾ ਹੈ? ਉਹ ਸੂਈ ਹੁੰਦੀ ਹੈ ਜਾਂ ਕਿ ਗੱਭਣ ਹੁੰਦੀ ਹੈ? ਉਹ ਹੀ ਹੋ ਗਈ ਸੂਣ ਵਾਲੀ, ਜਾਂ ਸੂਣ ਵਾਲੀ ਇੱਕ ਹੀ ਹੁੰਦਾ, ਮਸਲ ਕਿ ਸੂਈ ਪੈਣੀ ਥੋੜੇ ਦਿਨਾਂ ਬਾਅਦ ਤਿਆਰ ਹੋਈ ਹੈ, ਜਾਂ ਸੂਈ ਹੈ ਚੋ ਚਾ ਕੇ ਉਹਨਾਂ ਦੇਖ ਲੈਣੀ ਹੈ, ਥਣ ਬੱਦਰ ਸਾਫ਼ ਨੇ, ਇਹਦੇ ਦੇਖ ਕੇ ਉਹਨਾਂ ਲੈਣੀ ਹੈ ਜਿੰਨੇ ਵੀ ਲੈਣੀ ਹੈ। ਇਹਦੇ ਤੋਂ ਉੱਤੇ ਰੇਟ ਨਹੀਂ ਹੁੰਦਾ ਸਾਡੀਆਂ ਗਾਵਾਂ ਦਾ। ਜੀ ਜੀ, ਯਾਨੀ ਕਿ ਰੇਟ ਇਹਨਾਂ ਦਾ ਮੁਨਾਸਬ ਹੀ ਹੈ? ਬਿਲਕੁਲ ਜਾਇਜ਼ ਰੇਟ ਹੈ, ਗਾਈਆਂ ਵੀ ਦੇਸੀ ਨੇ ਨਾ ਇਹਦੀ ਵਜ੍ਹਾ ਤੋਂ। ਠੀਕ ਹੈ। ਤੇ ਵੈਸੇ ਜਿਹੜੇ ਇਹਨਾਂ ਦੇ ਜਾਨ ਨੇ, ਜਿਹੜੇ ਬੱਚੇ ਤੁਸੀਂ ਈਦ ਤੇ ਸੇਲ ਕਰਦੇ ਹੋ, ਉਹ ਚੰਗੇ ਵੱਧਦੇ ਫੁੱਲਦੇ ਨੇ? ਬਾਹਰ ਹੀ ਚੁਗਣਾ ਹੀ ਨੇ, ਤੇ ਬਾਹਰ ਗਾਵਾਂ ਨਾਲ ਵੀ ਉਹਨਾਂ ਰਹਿਣਾ ਹੁੰਦਾ, ਅੱਗੇ ਪਿੱਛੇ ਦੌੜਦਿਆਂ ਵੀ ਉਹਨਾਂ ਰਹਿਣਾ ਹੁੰਦਾ। ਇੰਨੇ ਕੁ ਪਲਦੇ ਨਹੀਂ ਹੈ ਗਰਮੀਆਂ 'ਚ। ਈਦ ਗਰਮੀਆਂ 'ਚ ਆਉਂਦੀ ਹੈ, ਇਸ ਵਾਸਤੇ ਐਡੇ ਤਗੜੇ ਨਹੀਂ ਹੁੰਦੇ ਹੈ, ਫਿਰ ਵੀ ਠੀਕ ਹੀ ਵਿਕ ਜਾਂਦੇ ਨੇ ਸਾਡੇ। ਤੇ ਮਾਸ਼ਾਅੱਲਾ ਕਿੰਨਾ ਕੁ ਤੁਹਾਡੇ ਕੋਲ ਮਾਲ ਹੈ ਇਸ ਟਾਈਮ? ਮਾਲ ਹੈ ਦੇਖ ਲਓ ਤੁਹਾਡੇ ਸਾਹਮਣੇ ਜੀ, ਹੈ ਨੇ ਕੋਈ 25-30? ਬਿਲਕੁਲ ਐਨੇ ਹੋਣੇ ਨੇ, ਛੋਟੇ ਵੀ ਪਾ। ਮਾਸ਼ਾਅੱਲਾ। ਤੇ ਗਾਵਾਂ ਕਿੰਨੀਆਂ ਦੁੱਧ ਦੇ ਰਹੀਆਂ ਨੇ ਤੇ ਕਿੰਨਾ ਦੁੱਧ ਹੋਈ ਜਾਂਦਾ ਰੋਜ਼ਾਨਾ ਦਾ ਉਹਨਾਂ ਤੋਂ? ਰੋਜ਼ਾਨਾ ਦਾ ਦੁੱਧ ਕੋਈ 10-12 ਕਿਲੋ ਵੇਚੀਦਾ, ਸਵੇਰ ਕੋਈ ਸ਼ਾਮੀ ਘਰ ਵਾਲਿਆਂ ਨੂੰ ਦੁੱਧ ਦੇ ਲਈਦਾ। ਟੋਟਲ ਕਿੰਨਾ ਵਿਕਦਾ ਸਵੇਰ ਤੇ ਸ਼ਾਮ ਦਾ? ਸਵੇਰ ਸ਼ਾਮ ਦਾ ਮੇਰੇ ਹਿਸਾਬ 'ਚ ਕੋਈ 18 ਕਿਲੋ ਵੇਚ ਛੜੀਦਾ ਜੀ। ਕਿੰਨੀਆਂ ਗਾਵਾਂ ਦਾ? ਗਾਵਾਂ ਵਿੱਚ ਕੁਝ ਤਾਜ਼ੀਆਂ ਸੂਈਆਂ ਨੇ, ਵਿੱਚ ਕੋਈ ਖਾਂਗਣਾ ਨੇ। ਇਹਨਾਂ ਦੇ ਜੇ ਦੁੱਧ ਤਾਜ਼ਾ ਕਿੰਨੀਆਂ ਨੇ? ਤਾਜ਼ਾ ਗਾਈਆਂ ਨੇ ਕੋਈ 7-8 ਗਾਈਆਂ ਜੀ। ਸਾਰਾ ਨਹੀਂ ਨਚੋਈਦਾ, ਵਿੱਚੋਂ ਬੱਚਿਆਂ ਨੂੰ ਵੀ ਛੱਡੀਦਾ ਜਿਹੜੇ ਘਰ ਬੰਨੇ ਨੇ ਇਹਨਾਂ ਦੇ ਜਾਨ ਨਿੱਕੇ। ਅੱਛਾ ਅੱਛਾ, ਯਾਨੀ ਤੁਹਾਡਾ ਜ਼ਿਆਦਾ ਜਿਹੜਾ ਫੋਕਸ ਹੈ ਇਹਨਾਂ ਦੇ ਜਿਹੜੇ ਛੋਟੇ ਜਾਨ ਨੇ ਉਹ ਪਾਲਣ ਤੇ ਵੇ? ਬਿਲਕੁਲ, ਉਹਨਾਂ ਵੀ ਦੁੱਧ ਪਲਾਈਦਾ ਵਿੱਚ, ਅੱਧਾ ਉਹ ਸਮਝ ਲਓ ਪੀਂਦੇ, ਜਦਾਂ ਅਸੀਂ ਚੋ ਲੈਂਦੇ ਜੀ। ਤੇ ਹਰ ਸਾਲ ਈਦ ਉੱਤੇ ਜਿਹੜੇ ਬੱਚੇ ਨੇ ਉਹ ਕਿੰਨੇ ਕੁ ਸੇਲ ਕਰਦੇ ਹੋ? ਉਹ ਮੈਂ ਤੇ 4-5 3 ਐਨੇ ਕੁ ਮਸਲਣ ਕਿ ਹਰ ਈਦ ਤੇ ਮੇਰੇ 3 ਜਾਂ 4 ਜਾਂ 5 ਤਿਆਰ ਹੋ ਜਾਂਦੇ। ਫਰਜ਼ ਕੀਤਾ ਅਗਰ ਤੁਸੀਂ 5 ਬੱਚੇ ਤਿਆਰ ਕੀਤੇ ਨੇ, ਉਹ ਕਿੰਨੇ ਕੁ ਦੇ ਸੇਲ ਹੁੰਦੇ? ਸੇਲ ਹੈ 70,000 ਦਾ, 80,000 ਦਾ, ਇੱਥੇ ਝੋੜੀ ਮੇਰੇ ਬੱਚੇ ਵਿਕਦੇ ਜੀ। ਯਾਨੀ ਕਿ 3-4 ਲੱਖ ਦੇ ਬੱਚੇ ਵੀ ਮਾਸ਼ਾਅੱਲਾ ਵਿਕ ਜਾਂਦੇ। ਬਿਲਕੁਲ ਜੀ, ਮਾਸ਼ਾਅੱਲਾ। ਸਰ ਤੁਸੀਂ ਦਿਲ ਖੁਸ਼ ਕੀਤਾ, ਬੜੀ ਸੋਹਣੀ ਤੇ ਕੀਮਤੀ ਇਨਫੋਰਮੇਸ਼ਨ ਦਿੱਤੀ ਹੈ। ਕੋਈ ਵੀ ਕੰਮ ਹੈ ਉਹਦੇ 'ਚ ਮੁਸ਼ਕਲਾਤ ਵੀ ਹੁੰਦੀਆਂ ਨੇ, ਪਰੇਸ਼ਾਨੀਆਂ ਵੀ ਹੁੰਦੀਆਂ ਨੇ। ਪਰੇਸ਼ਾਨੀਆਂ ਤਾਂ ਹਰ ਕੰਮ 'ਚ ਹੁੰਦੀਆਂ। ਇਹ ਜਿਹੜਾ ਤੁਹਾਡਾ ਕੰਮ ਇਹਦੇ 'ਚ ਕੀ ਮੁਸ਼ਕਲਾਤ ਨੇ, ਕੀ ਪਰੇਸ਼ਾਨੀਆਂ ਨੇ? ਇਹਦੇ 'ਚ ਇਹੀ ਪਰੇਸ਼ਾਨੀ ਹੈ ਕਿ ਕੋਈ ਮਰਨਾ ਹੋ ਜੇ, ਫੋਤਕੀ ਹੋ ਜੇ, ਇਹਨਾਂ ਨੂੰ ਖੋਲਣਾ, ਭਾਵੇਂ ਆਪ ਖੋਲ ਲਓ, ਭਾਵੇਂ ਕਿਸੇ ਨਾਲ ਛੱਡ ਆਵੋ, ਇਹਨਾਂ ਨੂੰ ਖੋਲਣਾ। ਬਾਰਿਸ਼ ਹੈ ਤਾਂ ਵੀ ਇਹਨਾਂ ਨੂੰ ਖੋਲਣਾ। ਜੇ ਕੋਈ ਜੁੰਝ ਦੀ ਵੀ ਮੁਸੀਬਤ ਬੰਦੇ ਤੇ ਹੋਵੇ ਮਾੜੀ ਚੰਗੀ, ਇਹਨਾਂ ਨੂੰ ਕਿਸੇ ਪਾਸੇ ਲਾਣਾ ਹੀ ਲਾਣਾ। ਇਹਨਾਂ ਨੂੰ ਪੱਠਾ ਬਣਾ ਕੇ ਘਰ ਪਾ ਲਓ ਜਾਂ ਇਹਨਾਂ ਨੂੰ ਬਾਹਰ ਖੋਲ ਲਓ, ਇਹਨਾਂ ਨੂੰ ਖੋਲਣਾ ਹੀ ਖੋਲਣਾ। ਜੇ ਬਹੁਤੀ ਦੀ ਪਰੇਸ਼ਾਨੀ ਹੈ, ਜੇ ਵਿਆਹ ਸ਼ਾਦੀ ਹੈ ਤਾਂ ਵੀ ਇਹਨਾਂ ਨੂੰ ਲਾਜ਼ਮੀ ਕਿਸੇ ਪਾਸੇ ਬਾਹਰ ਖੋਲਣਾ। ਜੀ ਜੀ, ਸਾਡੇ ਇਹ ਅਸੂਲ ਹੈ ਕਿ ਇੱਕ ਤਾਂ ਚਲੋ ਕੋਈ ਬਿਮਾਰ ਹੋ ਗਿਆ ਜਾਂ ਕੋਈ ਨਹੀਂ ਜਾ ਸਕਦਾ, ਫੋਤਕੀ ਹੋ ਗਈ ਆ, ਉਹਨੇ ਨਾਲ ਵਾਲੇ ਆਪਣੇ ਨਾਲ ਕਿਸੇ ਨਾਲ ਖੋਲ ਛੱਡਣੇ ਨੇ, ਘਰ ਛੱਡਣੇ ਨੇ, ਉਹਨੇ ਬੇਲੇ ਲੈ ਜਾਣੇ, ਸ਼ਾਮ ਨੂੰ ਨੇ ਲੈ ਆਉਣੇ ਨੇ ਵਾਪਸ। ਸਾਡੇ ਤੇ ਇਹ ਅਸੂਲ ਜੇ
ਇਲਾਕੇ ਦੇ। ਸਰ ਬੜਾ ਅੱਛਾ ਅਸੂਲ ਹੈ, ਯਾਨੀ ਕਿ ਇੱਕ ਦੂਸਰੇ ਦੇ ਤੁਸੀਂ ਖੁਸ਼ੀ ਤੇ ਗਮ 'ਚ ਸ਼ਰੀਕ ਹੁੰਦੇ ਹੋ, ਬੜੀ ਅੱਛੀ ਗੱਲ ਹੈ। ਤੇ ਜਿਹੜੇ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਕੋਈ ਜਾਨਵਰ ਲੈਣਾ ਚਾਹੁੰਦੇ ਨੇ, ਮਿਲ ਜੇਦਾ? ਜਾਨਵਰ ਮਿਲ ਸਕਦੇ ਨੇ ਸਰ। ਜਾਨਵਰ ਕਿਹੜੇ ਕੋਈ ਛੋਟੇ ਜਾਨਵਰ ਹੈ ਜੇ, ਕੋਈ ਵੱਛੇ ਜਾਂ ਵੱਛੀਆਂ ਛੋਟੀਆਂ ਕਮ ਉਮਰ? ਨਹੀਂ ਸਰ, ਅਸੀਂ ਤੇ ਬਹੁਤਾ ਸਾਡਾ ਇਲਾਜ ਹੈ ਕਿ ਅਸੀਂ ਇੱਥੇ ਵੇਚਣੇ ਹੁੰਦੇ ਜੀ। ਸਾਡਾ ਜਿਹੜਾ ਕੋਈ ਥੋੜਾ ਬਹੁਤਾ ਘਰ ਦਾ ਖਰਚਾ ਹੈ, ਦੁੱਧ ਸ਼ੁੱਧ ਵੇਚ ਕੇ ਅਸੀਂ ਚਲਾ ਲੈਂਦੇ ਜੀ। ਠੀਕ ਹੈ। ਤੇ ਰਾਬਤਾ ਨੰਬਰ ਕੀ ਭਾਈ ਇਹਨਾਂ ਦਾ? ਰਾਬਤਾ ਨੰਬਰ ਤੇ ਸਾਨੂੰ ਤੁਹਾਨੂੰ ਦੱਸਿਆ ਕਿ ਫੌਜ ਸਾਨੂੰ ਮੋਬਾਈਲ ਵੇਲੇ ਨਹੀਂ ਖੜਨ ਦਿੰਦੀ। ਚਲੋ ਜੀ। ਤੇ ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਜਾਨਵਰਾਂ ਦਾ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਮੈਂ ਚਾਹੋਗੇ? ਤੇ ਆਨਾ ਜਿਹੜਾ ਕਿਸੇ ਦਾ ਜ਼ਿਹਨ ਹੈ ਮੁਤਮਿਨ ਹੁੰਦਾ ਹੈ, ਮਸਲਨ ਕਿ ਬਾਹਰ ਜਿਨ੍ਹਾਂ ਦੀ ਕੋਈ ਬਾਹਰ ਪੈਲੀਆਂ ਚੁਗਣ ਵਾਲੇ ਹੈ ਨੇ ਬੇਲੇ ਸ਼ੇਲੇ, ਉਹ ਬਾਹਰ ਜਾ ਰਹੇ, ਉਹ ਸਾਰਿਆਂ ਨਾਲ ਬੈਸਟ ਕੰਮ ਹੈ। ਤੇ ਜਿੰਨੇ ਘਰ ਆ ਉਹਦੇ ਘਰ ਕੰਮ ਮੁੱਕਦੇ ਹੀ ਨਹੀਂ ਆ। ਪੱਠੇ ਲਿਆਉਣੇ ਨੇ, ਕੁੱਤਰਨੇ ਨੇ, ਪਾਣੇ ਨੇ, ਗੋਇਆ ਚੁੱਕ ਭਾਰੀ ਘਰ ਥੱਲਿਓਂ, ਸਫਾਈਆਂ ਕਰ, ਉਹਨਾਂ ਦਾ ਕੰਮ ਨਹੀਂ ਮੁੱਕਦਾ। ਸਾਡਾ ਤੇ ਅਸੀਂ ਤੇ ਬਾਹਰ ਖੋਲਨੇ ਆ ਇਸ ਗੱਲੇ ਕਿ ਅਸੀਂ ਸੌਖੇ ਰਹਿੰਦੇ, ਇੱਕ ਬੰਦਾ ਟੁਰਮਦਾ, ਬਾਕੀ ਸਾਰੇ ਘਰ ਦੇ ਸਕੂਨ 'ਚ ਜੀ ਰਹਿੰਦੇ। ਕਿਉਂਕਿ ਇੱਕੋ ਬੰਦੇ ਨੇ ਦਿਹਾੜੀ ਰਹਿਣਾ, ਸ਼ਾਮ ਨੂੰ ਨੇ ਲੈ ਆਉਣਾ, ਜਿਹੜਾ ਕੋਈ ਥੋੜਾ ਬਹੁਤਾ ਪੱਠਾ ਬਣਾਇਆ, ਉਹ ਜਿਹੜੀਆਂ ਕੋਈ ਦੁੱਧ ਦੇਣ ਵਾਲੀਆਂ ਨੇ ਉਹਨਾਂ ਨੂੰ ਪਾਈਦਾ ਜੀ। ਪਿਆਰੇ ਭਾਈ ਬਹੁਤ ਸ਼ੁਕਰੀਆ, ਤੁਸੀਂ ਬੜੀ ਸੋਹਣੀ ਤੇ ਕੀਮਤੀ ਗੁਫ਼ਤਗੂ ਕੀਤੀ ਹੈ। ਯਕੀਨਨ ਜਿਹੜੇ ਦੋਸਤ ਇਹ ਵੀਡੀਓ ਦੇਖਦੇ ਨੇ ਪਏ, ਉਹਨਾਂ ਨੂੰ ਵੀ ਕਾਫੀ ਫਾਇਦਾ ਹੋਏਗਾ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਇੱਕ ਜ਼ੋਰਦਾਰ ਨਾਰਾ ਹੋਈਏ, ਪਾਕਿਸਤਾਨ ਜ਼ਿੰਦਾਬਾਦ।